Good morning, dear students. Welcome to my class. I am Priyanka Mahajan, Science Mistress from Government Girls Senior Secondary School, Lohiya Khas, Jalandhar. Students, I will teach you chapter number 9, The Living Organisms and Their Surroundings. We will do revision of all the textual questions of this chapter. So, let us begin. So, beta, our first question is what is a habitat? Habitat किसनों कहते ਹਨ? Answer is the place where organisms live is called habitat. ਅਜਿਹੀ ਥਾਂ ਜਿੱਥੇ ਕੋਈ ਜੀਵ ਰਹਿੰਦਾ ਹੈ ਉਸਨੂੰ habitat ਕਹਿੰਦੇ ਹਨ. The habitat provides food, air, water, shelter and other needs to the organisms. ਜਿਹੜਾ habitat ਹੈ ਉਹ ਕਿਸੇ ਜੀਵ ਨੂੰ ਭੋਜਨ, ਹਵਾ, ਪਾਣੀ, ਰਹਿਣ ਦੀ ਥਾਂ ਤੇ ਉਸ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੱਗਰੀ ਪ੍ਰੋਵਾਈਡ ਕਰਦਾ ਹੈ. ਮਤਲਬ ਹੈਬੀਟੈਟ ਤੋਂ ਹੀ ਕਿਸੇ ਜੀਵ ਦੀਆਂ ਇਹ ਸਾਰੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ. ਨੈਕਸਟ ਕੁਐਸਚਨ, ਹਾਊ ਇਜ਼ ਕੈਕਟਸ ਅਡੈਪਟਡ ਟੂ ਸਰਵਾਈਵ ਇਨ ਅ ਡੈਜ਼ਰਟ? ਕੈਕਟਸ ਮਾਰੂਥਲ ਵਿੱਚ ਜੀਵਨ ਗੁਜ਼ਾਰਨ ਲਈ ਕਿਸ ਤਰ੍ਹਾਂ ਅਨੁਕੂਲਿਤ ਹੈ? ਸੋ ਆਨਸਰ ਇਜ਼ ਇਨ ਕੈਕਟਸ leaf is replaced by spine to reduce transpiration. ਕੈਕਟਸ ਦੀਆਂ ਪੱਤੀਆਂ ਕੰਡਿਆਂ ਵਰਗੀਆਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਜਿਸ ਕਰਕੇ ਵਾਸ਼ਪ ਉਤਸਰਜਨ ਜਿਸ ਨੂੰ ਅਸੀਂ ਟਰਾਂਸਪੀਰੇਸ਼ਨ ਕਹਿੰਦੇ ਹਾਂ ਉਹ ਘੱਟ ਹੁੰਦਾ ਹੈ. ਇਸ ਕਰਕੇ ਪਾਣੀ ਜਿਹੜਾ ਹੈ ਉਸ ਦਾ ਲਾਸ ਘੱਟ ਹੁੰਦਾ ਹੈ. ਸੈਕਿੰਡ ਇਜ਼ ਸਟੈਮਸ ਕੈਰੀ ਆਊਟ ਫੋਟੋਸਿੰਥੇਸਿਸ. ਕੈਕਟਸ ਵਿੱਚ ਤਣੇ ਰਾਹੀਂ ਪ੍ਰਕਾਸ਼ ਸੰਸਲੇਸ਼ਨ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੁੰਦਾ ਹੈ. ਥਰਡ ਇਜ਼ ਅ ਥਿਕ ਵੈਕਸੀ ਲੇਅਰ ਸੁਰਾਊਂਡਸ ਸਟੈਮ ਟੂ ਰਿਟੇਨ ਵਾਟਰ. ਤਣਾ ਇੱਕ ਮੋਟੀ ਮੋਮ ਵਰਗੀ ਪਰਤ ਨਾਲ ਢੱਕਿਆ ਹੁੰਦਾ ਹੈ ਜਿਸ ਨਾਲ ਪੌਦੇ ਨੂੰ ਪਾਣੀ ਬਚਾਉਣ ਵਿੱਚ ਸਹਾਇਤਾ ਮਿਲਦੀ ਹੈ. ਫੋਰਥ ਪੁਆਇੰਟ ਇਜ਼ ਰੂਟਸ ਆਰ ਡੀਪਲੀ ਰੂਟਡ ਟੂ ਐਬਜ਼ੌਰਬ ਵਾਟਰ. ਜੜ੍ਹਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘਾਈ ਤੱਕ ਚਲੀਆਂ ਜਾਂਦੀਆਂ ਹਨ ਅਤੇ ਇਹਨਾਂ ਸਾਰੀ ਪ੍ਰੋਪਰਟੀਜ਼ ਦੇ ਕਾਰਨ ਜਿਹੜਾ ਕੈਕਟਸ ਹੈ ਉਹ ਮਾਰੂਥਲ ਵਿੱਚ ਸਰਵਾਈਵ ਕਰ ਜਾਂਦਾ ਹੈ. ਨੈਕਸਟ ਫਿਲਅਪਸ ਹੈਗੇ ਬੇਟਾ. ਫਸਟ ਇਜ਼ the presence of specific features which enable a plant or an animal to live in a particular habitat is called dash. ਬੇਟਾ ਕੁਝ ਅਜਿਹੇ ਗੁਣ ਜਿਹੜੇ ਕਿਸੇ ਪੌਦੇ ਜਾਂ ਜੀਵ ਵਿੱਚ ਹੁੰਦੇ ਹਨ ਜਿਸ ਕਰਕੇ ਉਹ ਕਿਸੇ ਹੈਬੀਟੈਟ ਵਿੱਚ ਰਹਿ ਸਕਦਾ ਹੈ ਉਸ ਨੂੰ ਕੀ ਕਹਿੰਦੇ ਹਨ? ਬੇਟਾ ਅਜਿਹੇ ਸਪੈਸੀਫਿਕ ਜਿਹੜੇ ਫੀਚਰਸ ਹੁੰਦੇ ਆ ਉਹਨਾਂ ਦੀ ਪ੍ਰੈਜ਼ੈਂਸ ਪੌਦਿਆਂ ਅਤੇ ਐਨੀਮਲਸ ਵਿੱਚ ਜਿਹੜੇ ਜਿਨ੍ਹਾਂ ਕਾਰਨ ਉਹ ਕਿਸੇ ਪਰਟੀਕੂਲਰ ਹੈਬੀਟੇਟ ਵਿੱਚ ਰਹਿੰਦਾ ਹੈ ਉਸ ਨੂੰ ਬੋਲਦੇ ਆ ਅਡੈਪਟੇਸ਼ਨ. ਸੈਕਿੰਡ, the habitats of the plants and animals that live on land are called dash habitat. ਮਤਲਬ ਪੌਦੇ ਅਤੇ ਜੀਵ ਜਿਹੜੇ ਕਿ ਜ਼ਮੀਨ 'ਤੇ ਰਹਿੰਦੇ ਹਨ ਉਹਨਾਂ ਦੇ ਹੈਬੀਟੇਟ ਨੂੰ ਅਸੀਂ ਕੀ ਕਹਿੰਦੇ ਹਾਂ? ਉਹਨਾਂ ਦੇ ਹੈਬੀਟੇਟ ਨੂੰ ਅਸੀਂ ਟੈਰੇਸਟਰੀਅਲ ਹੈਬੀਟੇਟ ਕਹਿੰਦੇ ਹਾਂ. C is the habitats of plants and animals that live in water are called dash habitat. ਪੌਦੇ ਅਤੇ ਜੰਤੂ ਜੀਵ ਜੰਤੂ ਜਿਹੜੇ ਕਿ ਪਾਣੀ ਵਿੱਚ ਰਹਿੰਦੇ ਹਨ ਉਹਨਾਂ ਦੇ ਹੈਬੀਟੇਟ ਨੂੰ ਅਸੀਂ ਕੀ ਕਹਿੰਦੇ ਹਾਂ? ਬੇਟੇ ਉਹਨਾਂ ਦੇ ਹੈਬੀਟੇਟ ਨੂੰ ਐਕੁਐਟਿਕ ਹੈਬੀਟੇਟ ਕਿਹਾ ਜਾਂਦਾ ਹੈ. ਨੈਕਸਟ, ਸੋਇਲ, ਵਾਟਰ ਐਂਡ ਏਅਰ ਆਰ ਦਾ ਡੈਸ਼ ਫੈਕਟਰਸ ਆਫ ਅ ਹੈਬੀਟੇਟ. ਮਿੱਟੀ, ਪਾਣੀ ਅਤੇ ਹਵਾ ਕਿਸੇ ਹੈਬੀਟੇਟ ਦੇ ਕਿਹੜੇ ਫੈਕਟਰ ਹਨ? ਏਬਾਇਓਟਿਕ ਫੈਕਟਰ ਹਨ. ਲਾਸਟ ਇਜ਼ changes in our surroundings that make us respond to them are called dash. ਬੇਟੇ ਸਾਡੀ ਸਰਾਊਂਡਿੰਗ ਵਿੱਚ ਜਿਹੜੀਆਂ ਚੇਂਜਸ ਹੁੰਦੀਆਂ ਹੈ ਉਹਨਾਂ ਦੇ ਕਾਰਨ ਅਸੀਂ ਉਹਨਾਂ ਚੇਂਜਸ ਨੂੰ ਰਿਸਪੌਂਡ ਕਰਦੇ ਹਾਂ. ਇਸ ਨੂੰ ਕੀ ਕਹਿੰਦੇ ਹਨ? ਇਸ ਨੂੰ ਸਟਿਮੁਲਾਈ ਕਹਿੰਦੇ ਹਾਂ. ਸੋ ਬੇਟਾ ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਥਿੰਗਸ ਇਨ ਦਾ ਫੋਲੋਇੰਗ ਲਿਸਟ ਆਰ ਨਾਨ ਲਿਵਿੰਗ? ਹੇਠ ਦਿੱਤਿਆਂ ਵਿੱਚੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਹਨ ਉਹ ਨਿਰਜੀਵ ਹਨ? ਪਲੋ, ਮਸ਼ਰੂਮ, ਸਵਿੰਗ ਮਸ਼ੀਨ, ਰੇਡੀਓ, ਬੋਟ, ਵਾਟਰ ਹਾਇਸੈਂਥ, ਅਰਥਵਾਰਮ. ਅਸੀਂ ਦੱਸਣਾ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਨਿਰਜੀਵ ਹਨ. ਅਤੇ ਬੇਟਾ ਪਲੋ ਜਿਹੜਾ ਹੱਲ ਹੁੰਦਾ ਹੈ, ਸਵਿੰਗ ਮਸ਼ੀਨ ਕੱਪੜੇ ਸੀਨ ਵਾਲੀ ਜਿਹੜੀ ਮਸ਼ੀਨ ਹੈ, ਰੇਡੀਓ ਅਤੇ ਬੋਟ ਮਤਲਬ ਕਿਸ਼ਤੀ ਇਹਨਾਂ ਵਿੱਚ ਜਾਨ ਨਹੀਂ ਹੈ ਇਹ ਨਿਰਜੀਵ ਵਸਤਾਂ ਹਨ. ਸੋ ਨੈਕਸਟ ਇਜ਼
Give an example of non-living thing which shows any characteristics of living things. ਬੇਟੇ ਕਿਸੇ ਅਜਿਹੀ ਨਿਰਜੀਵ ਵਸਤੂ ਦੀ ਉਦਾਹਰਨ ਦੇਣੀ ਹੈ ਅਸੀਂ ਜਿਸ ਵਿੱਚ ਸੰਜੀਵਾਂ ਵਾਲੇ ਦੋ ਲੱਛਣ ਦੋ ਗੁਣ ਹੁੰਦੇ ਹਨ। ਤੇ ਉਦਾਹਰਨ ਦੇ ਤੌਰ ਤੇ ਮੈਂ ਲਿਖਿਆ ਕਲਾਊਡ, ਬੱਦਲ। ਇਟ ਗਰੋਜ਼ ਇਨ ਸਾਈਜ਼, ਬੇਟਾ ਜਿਹੜਾ ਬੱਦਲ ਹੈ ਉਸ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ ਤੇ ਇਹ ਇੱਕ ਲਿਵਿੰਗ ਥਿੰਗ ਦਾ ਗੁਣ ਹੈ, ਪਰ ਕਲਾਊਡ ਜਿਹੜੀ ਕਿ ਨॉन ਲਿਵਿੰਗ ਥਿੰਗ ਹੈ ਉਹ ਵੀ ਇਹ ਵਾਲਾ ਪ੍ਰੋਪਰਟੀ ਸ਼ੋ ਕਰਦੀ ਹੈ। ਸੋ ਨੈਕਸਟ ਇਜ਼ ਇਟ ਸ਼ੋਜ਼ ਮੂਵਮੈਂਟ, ਇਹ ਗਤੀ ਕਰਦਾ ਹੈ। ਬੱਦਲ ਜਿਹੜਾ ਇੱਕ ਥਾਂ ਤੋਂ ਦੂਜੇ ਥਾਂ 'ਤੇ ਤੁਹਾਨੂੰ ਜਾਂਦਾ ਹੋਇਆ ਨਜ਼ਰ ਆਉਂਦਾ ਨਾ, ਤੇ ਇਹ ਵੀ ਲਿਵਿੰਗ ਥਿੰਗ ਦਾ ਹੀ ਗੁਣ ਹੈ, ਪਰ ਨॉन ਲਿਵਿੰਗ ਥਿੰਗ ਕਲਾਊਡ ਵੀ ਇਹ ਗੁਣ ਜਿਹੜਾ ਹੈ ਉਹ ਸ਼ੋ ਕਰਦਾ ਹੈ। ਸੋ ਬੇਟਾ ਨੈਕਸਟ ਇਜ਼ which of the following non-living things were once part of a living thing? ਹੇਠ ਦਿੱਤਿਆਂ ਵਿੱਚੋਂ ਕਿਹੜੀਆਂ ਨਿਰਜੀਵ ਵਸਤਾਂ ਕਿਸੇ ਵੇਲੇ ਸਜੀਵ ਦਾ ਅੰਸ਼ ਰਹੀਆਂ ਹਨ, ਮਤਲਬ ਲਿਵਿੰਗ ਥਿੰਗ ਦਾ ਪਾਰਟ ਰਹੀਆਂ ਹਨ। ਉਹਨਾਂ ਨੇ ਐਗਜ਼ਾਮਪਲਸ ਦਿੱਤੀ ਹੈ ਬਟਰ, ਲੈਦਰ, ਸੋਇਲ, ਵੂਲ, ਇਲੈਕਟ੍ਰਿਕ ਬਲਬ, ਕੁਕਿੰਗ ਆਇਲ, ਸਾਲਟ, ਐਪਲ, ਰਬੜ। ਬੇਟਾ ਦੇਖੋ ਜਿਹੜਾ ਬਟਰ ਹੈ, ਬਟਰ ਸਾਨੂੰ ਮਿਲਕ ਤੋਂ ਮਿਲਦਾ ਨਾ, ਮਿਲਕ ਤੋਂ ਬਣਦਾ ਹੈ, ਅਤੇ ਮਿਲਕ ਜਿਹੜਾ ਉਹ ਕਿਸੇ ਲਿਵਿੰਗ ਥਿੰਗ ਦਾ ਹੀ ਪਾਰਟ ਹੈ, ਕਾਓ ਜਾਂ ਬੁਫੈਲੋ ਤੋਂ ਸਾਨੂੰ ਮਿਲਦਾ ਹੈ, ਅਤੇ ਬਟਰ ਇਸ ਦੀ ਸਹੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਲੈਦਰ, ਲੈਦਰ ਸਾਨੂੰ ਐਨੀਮਲਸ ਦੀ ਸਕਿਨ ਤੋਂ ਮਿਲਦਾ ਹੈ, ਇਹ ਵੀ ਬਿਲਕੁਲ ਵਧੀਆ ਐਗਜ਼ਾਮਪਲ ਹੈ। ਵੂਲ, ਵੂਲ ਜਿਹੜੀ ਹੈ ਉਹ ਸਾਨੂੰ ਸ਼ੀਪ ਦੇ ਬਾਲਾਂ ਤੋਂ ਮਿਲਦੀ ਹੈ, ਅਤੇ ਜਿਹੜੇ ਸ਼ੀਪ ਦੇ ਵਾਲ ਹਨ ਉਹ ਵੀ ਤਾਂ ਕਿਸੇ ਲਿਵਿੰਗ ਥਿੰਗ ਦਾ ਹੀ ਪਾਰਟ ਰਹੇ ਹਨ, ਸ਼ੀਪ ਦਾ ਪਾਰਟ ਰਹੇ ਹਨ। ਕੁਕਿੰਗ ਆਇਲ, ਕੁਕਿੰਗ ਆਇਲ ਜਿਸ ਤਰ੍ਹਾਂ ਕੋਈ ਵੀ ਹੋ ਜਾਏ, ਮਸਟਰਡ ਆਇਲ ਹੋ ਜਾਏ, ਸਨਫਲਾਵਰ ਆਇਲ ਹੋ ਜਾਏ, ਇਹ ਸਾਨੂੰ ਪਲਾਂਟਸ ਦੇ ਸੀਡਸ ਤੋਂ ਮਿਲਦਾ ਹੈ, ਅਤੇ ਪਲਾਂਟਸ ਦੇ ਸੀਡਸ ਜਿਹੜੇ ਹੈ ਉਹ ਲਿਵਿੰਗ ਥਿੰਗ ਦਾ ਪਾਰਟ ਹਨ। ਫਿਰ ਐਪਲ, ਐਪਲ ਪਲਾਂਟਸ ਤੋਂ ਮਿਲਦਾ ਹੈ, ਪਲਾਂਟਸ ਲਿਵਿੰਗ ਥਿੰਗ ਹਨ। ਰਬੜ, ਰਬੜ ਜਿਹੜੀ ਹੈ ਉਹ ਵੀ ਸਾਨੂੰ ਪਲਾਂਟ ਤੋਂ ਪ੍ਰਾਪਤ ਹੁੰਦੀ ਹੈ, ਅਤੇ ਇਸ ਤਰ੍ਹਾਂ ਇਹ ਸਾਰੀ ਐਗਜ਼ਾਮਪਲਸ ਜਿਹੜੀਆਂ ਇਹ ਬਿਲਕੁਲ ਸੁਟੇਬਲ ਐਗਜ਼ਾਮਪਲਸ ਹਨ। ਸੋ ਬੇਟਾ 7th ਕੁਐਸਚਨ ਇਜ਼ ਲਿਸਟ ਦਾ ਕਾਮਨ ਕਰੈਕਟਰਿਸਟਿਕਸ ਆਫ ਲਿਵਿੰਗ ਥਿੰਗਸ। ਸਾਨੂੰ ਲਿਵਿੰਗ ਥਿੰਗਸ ਦੇ, ਸਜੀਵ ਵਸਤਾਂ ਦੇ ਕਾਮਨ ਕਰੈਕਟਰਿਸਟਿਕਸ ਦੱਸਣੇ ਹੈ, ਗੁਣ ਦੱਸਣੇ ਹੈ। ਬੇਟੇ ਫਸਟ ਇਜ਼ ਗਰੋਥ, ਹਰ ਇੱਕ ਜਿਹੜੀ ਲਿਵਿੰਗ ਥਿੰਗ ਹੈ ਉਹ ਗਰੋਥ ਸ਼ੋ ਕਰਦੀ ਹੈ। ਤੁਸੀਂ ਪਲਾਂਟਸ ਨੂੰ ਹੀ ਦੇਖੋ, ਜਦੋਂ ਤੁਸੀਂ ਬਿਲਕੁਲ ਛੋਟਾ ਜਿਹਾ ਪੌਦਾ ਦੇਖਦੇ ਹੋ, ਉਸਨੂੰ ਤੁਸੀਂ ਪਾਣੀ ਦਿੰਦੇ ਹੋ ਅਤੇ ਕੁਛ ਦਿਨਾਂ ਬਾਅਦ ਉਹ ਬਹੁਤ ਵੱਡਾ ਹੋ ਜਾਂਦਾ ਹੈ, ਇਹ ਗਰੋਥ ਸ਼ੋ ਹੋਈ। ਸੈਕਿੰਡ ਇਜ਼ ਮੂਵਮੈਂਟ, ਜਿਹੜੀ ਲਿਵਿੰਗ ਥਿੰਗਸ ਹੈ ਉਹ ਮੂਵ ਕਰਦੀਆਂ ਹੈ, ਤੁਸੀਂ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾ ਸਕਦੇ ਹੋ, ਇਹ ਲਿਵਿੰਗ ਥਿੰਗ ਦਾ ਇੱਕ ਗੁਣ ਹੈਗਾ। ਥਰਡ ਇਜ਼ ਰੀਪਰੋਡਕਸ਼ਨ, ਰੀਪਰੋਡਕਸ਼ਨ ਮੀਨਸ ਆਪਣੇ ਵਰਗੇ ਯੰਗ ਵਨਸ ਨੂੰ ਪੈਦਾ ਕਰਨਾ, ਅਤੇ ਹਰ ਇੱਕ ਲਿਵਿੰਗ ਥਿੰਗ ਆਪਣੇ ਵਰਗੇ ਯੰਗ ਵਨਸ ਨੂੰ ਪੈਦਾ ਕਰ ਸਕਦੀ ਹੈ। ਫੋਰਥ ਇਜ਼ ਰੈਸਪੀਰੇਸ਼ਨ, ਸਾਹ ਕਿਰਿਆ, ਜਿਹੜੀ ਲਿਵਿੰਗ ਥਿੰਗਸ ਹੈ ਉਹਨਾਂ ਵਿੱਚ ਰੈਸਪੀਰੇਸ਼ਨ ਹੁੰਦੀ ਹੈ। ਫਿਫਥ ਇਜ਼ ਐਕਸਕ੍ਰੀਸ਼ਨ, ਐਕਸਕ੍ਰੀਸ਼ਨ ਮਤਲਬ ਵੇਸਟ ਮਟੀਰੀਅਲ ਨੂੰ ਬਾਡੀ ਤੋਂ ਬਾਹਰ ਕੱਢਣਾ, ਇਹ ਵੀ ਲਿਵਿੰਗ ਥਿੰਗ ਦਾ ਇੱਕ ਕਾਮਨ ਕਰੈਕਟਰਿਸਟਿਕ ਹੈ। ਸਿਕਸਥ ਇਜ਼ ਰਿਸਪੌਂਸ ਟੂ ਸਟਿਮੂਲਾਈ, ਸਟਿਮੂਲਾਈ ਦੇ ਪ੍ਰਤੀ ਰਿਸਪੌਂਡ ਕਰਨਾ, ਜਿਹੜੇ ਚੇਂਜਸ ਸਾਡੀ ਸਰਾਊਂਡਿੰਗ ਵਿੱਚ ਹੁੰਦੇ ਹੈ ਉਹਨਾਂ ਦੇ ਪ੍ਰਤੀ ਰਿਸਪੌਂਡ ਕਰਨਾ, ਇਹ ਵੀ ਲਿਵਿੰਗ ਥਿੰਗ ਦਾ ਹੀ ਇੱਕ ਗੁਣ ਹੈ। 8th ਕੁਐਸਚਨ explain why speed is important for survival in the grasslands for animals that live there। ਕਹਿੰਦੇ ਕਿ ਘਾਹ ਦੇ ਮੈਦਾਨੀ ਖੇਤਰ ਵਿੱਚ ਰਹਿਣ ਵਾਲੇ ਜੰਤੂਆਂ ਨੂੰ ਆਪਣੀ ਹੋਂਦ ਬਣਾਏ ਰੱਖਣ ਲਈ, ਆਪਣੀ ਐਗਜ਼ਿਸਟੈਂਸ ਬਣਾਏ ਰੱਖਣ ਲਈ ਤੇਜ਼ ਗਤੀ ਕਿਉਂ ਜ਼ਰੂਰੀ ਹੈ। ਬੇਟਾ ਆਨਸਰ ਦੇਖੋ, ਬਿਕੋਜ਼ ਦੇਅਰ ਆਰ ਫਿਊ ਟਰੀਜ਼ ਔਰ ਪਲੇਸਿਸ ਫॉर ਐਨੀਮਲਸ ਟੂ ਹਾਈਡ, ਕਿਉਂਕਿ ਅਜਿਹੀਆਂ ਥਾਵਾਂ 'ਤੇ, ਅਜਿਹੇ ਖੇਤਰਾਂ 'ਤੇ ਬਹੁਤ ਘੱਟ ਸੰਖਿਆ ਵਿੱਚ, ਬਹੁਤ ਘੱਟ ਕਾਊਂਟਿੰਗ ਵਿੱਚ ਜਿਹੜੇ ਟਰੀਜ਼ ਹੁੰਦੇ ਹਨ, ਅਤੇ ਜਿਸ ਕਰਕੇ ਐਨੀਮਲਸ ਨੂੰ ਛੁਪਣ ਲਈ ਥਾਂ ਘੱਟ ਮਿਲਦਾ ਹੈ। The increased speed of the animals help them to escape their predators। ਜਿਹੜੀ ਸ਼ਿਕਾਰੀ ਹਨ ਉਹਨਾਂ ਤੋਂ ਆਪਣਾ ਬਚਾਅ ਕਰਨ ਲਈ ਇਹਨਾਂ ਦੀ ਜਿਹੜੀ ਜੰਤੂਆਂ ਦੀ ਸਪੀਡ ਹੈ, ਐਨੀਮਲਸ ਦੀ ਜਿਹੜੀ ਸਪੀਡ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹ ਬਹੁਤ ਫਾਸਟ ਜਿਹੜੇ ਹੈ ਭੱਜ ਜਾਂਦੇ ਹੈ, ਆਪਣੇ ਆਪ ਨੂੰ ਸ਼ਿਕਾਰੀਆਂ ਤੋਂ ਬਚਾ ਲੈਂਦੇ ਹੈ। thus they get protected and their chance of survival increases। ਇਸ ਤਰ੍ਹਾਂ ਇਹ ਸੁਰੱਖਿਅਤ ਰਹਿੰਦੇ ਹੈ ਅਤੇ ਇਹਨਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਸੋ ਬੇਟਾ ਮੈਨੂੰ ਲੱਗਦਾ ਹੈ ਕਿ ਇਹ ਚੈਪਟਰ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ, ਤੁਸੀਂ ਇਹ ਕੁਐਸਚਨ ਆਨਸਰ ਚੰਗੀ ਤਰ੍ਹਾਂ ਯਾਦ ਕਰ ਲੈਣੇ ਹੈ, ਅਤੇ ਜੇ ਕਾਪੀ ਵਿੱਚ ਨਹੀਂ ਲਿਖੇ ਹੋਏ ਹਜੇ ਤੱਕ ਤਾਂ ਇਹ ਲਿਖ ਵੀ ਲੈਣੇ ਹੈ। ਸੋ ਥੈਂਕ ਯੂ ਵੈਰੀ ਮੱਚ।